ਮੋਦੀ ਤੇ ਸੀਐਮ ਦੇ ਵਿਚਾਲੇ ਤਲਖੀ ਵੱਧ ਗਈ ਹੈ। ਆਖਿਰ ਇਹ ਦੂਰੀਆਂ ਕਿਉਂ ਵੱਧ ਰਹੀਆਂ ਨੇ? ਲੜਾਈ ਕਿਉਂ ਸ਼ੁਰੂ ਹੋ ਗਈ ਇਹਨਾਂ ਦੀ? ਮੋਦੀ ਤੇ ਅਮਿਤ ਸ਼ਾਹ ਨੇ ਸਾਰਾ ਕੁਝ ਇਸੇ ਕਰਕੇ ਹੀ ਬਹੁਤ ਸਾਰੇ ਰਾਮ ਰੌਲੇ ਅੰਦਰ ਪੈ ਰਹੇ ਨੇ। ਯੋਗੀ ਨੂੰ ਉਤਾਰਨ ਦੇ ਲਈ ਮੋਦੀ ਤੇ ਅਮਿਤ ਸ਼ਾਹ ਜ਼ੋਰ ਲਾ ਰਹੇ ਨੇ ਕਿ ਮੋਦੀ ਨਹੀਂ ਚਾਹੁੰਦੇ ਯੋਗੀ ਰਹਿਣ। ਆਰਐਸਐਸ ਨੂੰ ਇਹ ਲੱਗਦਾ ਕਿ ਮੋਦੀ ਸਾਡੀਆਂ ਗੱਲਾਂ ਤੇ ਖਰਾ ਨਹੀਂ ਉਤਰ ਰਿਹਾ ਜਾਂ ਮੋਦੀ ਸਾਨੂੰ ਅੱਖਾਂ ਦਿਖਾ ਰਿਹਾ। ਜ਼ਬਰਦਸਤ ਵਿਰੋਧ ਵਿਦਿਨ ਆਰਐਸਐਸ ਵੀ ਮੋਦੀ ਦਾ ਹੁੰਦਾ ਹੈ। ਕਈ ਲੀਡਰ ਨੇ ਹੈ ਜਿਹੜੇ ਬੀਜੇਪੀ ਦੇ ਇਸ ਟਾਈਮ ਚੁੱਪ ਬੈਠੇ ਨੇ। ਕੀ ਲੱਗਦਾ ਕਿ ਮੋਦੀ ਤੇ ਯੋਗੀ ਦੀ ਇਹ ਲੜਾਈ ਹੈ ਬੀਜੇਪੀ ਨੂੰ ਲੈ ਡੁੱਬੇ? ਹੋ ਸਕਦਾ ਬੀਜੇਪੀ ਦੇ ਵਿੱਚ ਹੀ ਕੋਈ ਇੰਨੇ ਵੱਡੇ ਖਿਲਾਰੇ ਪੈ ਜਾਣ ਕਿ ਆਉਣ ਵਾਲੀ ਫੋਰਸ ਕੋਈ ਹੋਰ ਹੋਵੇ। 2024 ਚ ਆਰਐਸਐਸ ਨੇ ਮੋਦੀ ਨੂੰ ਘੂਰਿਆ ਇੱਕ ਤਰ੍ਹਾਂ ਦਾ ਕਹੀਏ। ਇਹ ਕੀ ਹੋ ਰਿਹਾ ਹੈ? ਇਹ ਲੜਾਈ ਲੈ ਡੁੱਬੇਗੀ ਬੀਜੇਪੀ ਨੂੰ। ਕੋਈ ਇਹ ਵੀ ਹੋ ਸਕਦਾ ਯੋਗੀ ਮੋਦੀ ਨੂੰ ਨਹੀਂ ਚਾਹੁੰਦੇ ਤੇ ਮੋਦੀ ਯੋਗੀ ਨੂੰ ਨਹੀਂ ਚਾਹੁੰਦੇ। ਮੋਦੀ ਨਹੀਂ ਚਾਹੁੰਦੇ ਯੋਗੀ ਮੁੱਖ ਮੰਤਰੀ ਰਹਿਣ। ਯੋਗੀ ਚਾਹੁੰਦੇ ਨੇ ਕਿ 2024 ਚ ਪ੍ਰਧਾਨ ਮੰਤਰੀ ਚਿਹਰੇ ਹੀ ਨਾ ਹੋਣ। ਮੋਦੀ ਤੇ ਯੋਗੀ ਦੇ ਵਿਚਾਲੇ ਕਿਉਂ ਵਧੀ ਤਲਖੀ? ਮੋਦੀ ਰਹਿਣਗੇ ਜਾਂ ਫਿਰ ਯੋਗੀ? ਕਹਾਣੀ 2022 ਦੀ ਹੈ ਜਾਂ ਫਿਰ 2024 ਦੀ? ਇਸੇ ਮੁੱਦੇ ਨੂੰ ਹੀ ਡੀਕੋਡ ਕਰਦੇ ਹਾਂ ਸਾਡੇ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਮੋਦੀ ਤੇ ਸੀਐਮ ਦੇ ਵਿਚਾਲੇ ਤਲਖੀ ਵੱਧ ਗਈ ਹੈ। ਆਖਿਰ ਇਹ ਦੂਰੀਆਂ ਕਿਉਂ ਵੱਧ ਰਹੀਆਂ ਨੇ? ਲੜਾਈ ਕਿਉਂ ਸ਼ੁਰੂ ਹੋ ਗਈ ਇਹਨਾਂ ਦੀ? ਦੇਖੋ, ਇਹਦੇ ਕਾਰਨ ਵਰਤਮਾਨ ਵੀ ਨੇ ਤੇ ਇਹਦੇ ਕਾਰਨ ਜਿਹੜਾ ਵਕਤੀ ਇਤਿਹਾਸ ਆ ਉਹ ਵੀ ਹੈ। ਅਸਲ 'ਚ ਜਦੋਂ ਬੀਜੇਪੀ ਦੇਸ਼ ਦੇ ਅੰਦਰ ਜਿੱਤਦੀ ਹੈ, ਜਦੋਂ ਮੋਦੀ ਨੂੰ ਪੋਸਟਰ ਬੁਆਏ ਬਣਾਇਆ ਜਾਂਦਾ, ਜਦੋਂ ਮੋਦੀ ਨੂੰ ਸਭ ਤੋਂ ਵੱਡਾ ਚਿਹਰਾ ਬਣਾਇਆ ਜਾਂਦਾ ਹੈ, ਉਦੋਂ ਸਭ ਤੋਂ ਵੱਡਾ ਚੈਲੰਜ ਸੀ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਅੰਦਰ ਸਮਾਜਵਾਦੀ ਪਾਰਟੀ ਸੀ ਜਾਂ ਬਹੁਜਨ ਸਮਾਜ ਪਾਰਟੀ ਸੀ। ਕਾਂਗਰਸ ਪਹਿਲਾਂ ਹੀ ਸਾਫ਼ ਹੋਈ ਪਈ ਸੀ, ਬੀਜੇਪੀ ਦੇ ਪੈਰ ਨਹੀਂ ਲੱਗਦੇ ਸੀ। ਤਾਂ ਅਮਿਤ ਸ਼ਾਹ ਕਮਾਨ ਸੰਭਾਲਦੇ ਨੇ ਆ ਕੇ ਉੱਤਰ ਪ੍ਰਦੇਸ਼ ਦੀ, ਤੇ ਉੱਤਰ ਪ੍ਰਦੇਸ਼ ਦੇ ਅੰਦਰ ਹੈਰਾਨ ਕਰ ਦਿੰਦੇ ਨੇ। 73 ਸੀਟਾਂ ਆਉਂਦੀਆਂ ਨੇ ਬੀਜੇਪੀ ਨੂੰ। ਉਹ ਹੈਰਾਨ ਕਰ ਦਿੰਦੇ ਨੇ ਪੂਰੀ ਬੀਜੇਪੀ ਨੂੰ, ਪੂਰੇ ਮੁਲਕ ਨੂੰ, ਔਰ ਸਮਾਜਵਾਦੀ ਪਾਰਟੀ ਨੂੰ, ਬਹੁਜਨ ਸਮਾਜ ਪਾਰਟੀ ਨੂੰ ਹੈਰਾਨੀਜਨਕ ਨਤੀਜੇ ਆਉਂਦੇ ਨੇ 2014 ਦੀ ਲੋਕ ਸਭਾ ਚੋਣ ਦੇ ਅੰਦਰ। ਉਸ ਤੋਂ ਬਾਅਦ ਯੋਗੀ ਨੂੰ ਚਿਹਰਾ ਬਣਾਇਆ ਜਾਂਦਾ, ਯੋਗੀ ਜਿੱਤਦੇ ਨੇ। ਯਾਨੀ ਇਹਦੇ ਵਕਤੀ ਇਤਿਹਾਸਕ ਕਾਰਨ ਕਿਉਂ ਕਹਿ ਰਿਹਾ ਮੈਂ? ਵਕਤੀ ਇਤਿਹਾਸਕ ਕਾਰਨ ਇਸ ਕਰਕੇ ਕਿ ਅਮਿਤ ਸ਼ਾਹ ਤੇ ਮੋਦੀ ਨੂੰ ਇਹ ਲੱਗਦਾ ਕਿ ਉੱਤਰ ਪ੍ਰਦੇਸ਼ ਦਾ ਅਗਰ ਖੜਾ ਕੀਤਾ, ਉੱਤਰ ਪ੍ਰਦੇਸ਼ ਦੀ ਰਾਜਨੀਤੀ ਅਗਰ ਕਿਸੇ ਨੇ ਖੜੇ ਕੀਤੀ, ਉੱਤਰ ਪ੍ਰਦੇਸ਼ 'ਚ ਅਗਰ ਦੁਬਾਰਾ ਬੀਜੇਪੀ ਦਾ ਰਿਵਾਈਵਲ ਹੋਇਆ, ਉਹ ਅਸੀਂ ਕੀਤਾ। ਉਹ ਯਾਨੀ ਅਮਿਤ ਸ਼ਾਹ ਤੇ ਮੋਦੀ ਨੇ ਕੀਤਾ। ਇਹ ਤਾਂ ਕਿਹਾ ਜਾਂਦਾ ਕਿ ਬੀਜੇਪੀ ਹੁਣ ਬੀਜੇਪੀ ਨਹੀਂ ਹੈ, ਆਰਐਸਐਸ ਵੀ ਆਰਐਸਐਸ ਨਹੀਂ ਆ। ਹੁਣ ਤਾਂ ਮੋਦੀ ਤੇ ਅਮਿਤ ਸ਼ਾਹ ਨੇ ਸਾਰਾ ਕੁਝ ਇਸੇ ਕਰਕੇ ਹੀ ਬਹੁਤ ਸਾਰੇ ਰਾਮ ਰੌਲੇ ਅੰਦਰ ਪੈ ਰਹੇ ਨੇ। ਤੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਉਸ ਤਰ੍ਹਾਂ ਦੀ ਫੀਲਿੰਗ ਮੋਦੀ ਤੇ ਅਮਿਤ ਸ਼ਾਹ ਦੀ, ਉਸ ਤੋਂ ਬਾਅਦ ਯੋਗੀ ਜਿਸ ਤਰ੍ਹਾਂ ਆ ਕੇ ਜਿੱਤਦੇ ਨੇ, ਤੇ ਯੋਗੀ ਦਾ ਜਿਸ ਤਰ੍ਹਾਂ ਦਾ ਕਿਰਦਾਰ ਆ, ਜਿਸ ਤਰੀਕੇ ਦੇ ਨਾਲ ਉਹ ਹਿੰਦੂਤਵ ਦੀ ਪੋਲੀਟਿਕਸ ਨੂੰ ਤੇ ਹਿੰਦੂਤਵ ਪਲੱਸ ਰਾਸ਼ਟਰਵਾਦ ਜਾਂ ਕਾਕਟੇਲ ਕਹਿ ਦਈਏ, ਹਿੰਦੂਤਵ ਤੇ ਰਾਸ਼ਟਰਵਾਦ ਦੇ ਕਾਕਟੇਲ ਦੀ ਰਾਜਨੀਤੀ ਨੂੰ ਬੜੇ ਹੀ ਤਿੱਖੇ ਤਰੀਕੇ ਨਾਲ ਕਰਦੇ ਨੇ। ਤਾਂ ਆਰਐਸਐਸ ਦੀ ਉਹ ਗੁੱਡ ਬੁੱਕ 'ਚ ਨੇ, ਆਰਐਸਐਸ ਦੀ ਉਹ ਗੁੱਡ ਲਿਸਟ 'ਚ ਨੇ। ਤਾਂ ਜਿਸ ਤਰੀਕੇ ਦੀ ਉਹ ਰਾਜਨੀਤੀ ਕਰਦੇ ਨੇ, ਉਹਨਾਂ ਨੇ ਮੋਦੀ ਤੇ ਅਮਿਤ ਸ਼ਾਹ ਦੀ ਪਰਵਾਹ ਕਰਨੀ ਬੰਦ ਕਰਤੀ। ਯਾਨੀ ਉਹਨਾਂ ਨੇ ਮੋਦੀ ਤੇ ਅਮਿਤ ਸ਼ਾਹ ਨੂੰ ਭਾਅ ਹੀ ਨਹੀਂ ਦਿੱਤਾ। ਤੇ ਉਹ ਨਾਰਾਜ਼ਗੀਆਂ ਬਹੁਤ ਲੰਬੀਆਂ ਚੱਲੀਆਂ ਆ ਰਹੀਆਂ ਨੇ, ਪਰ ਰਿਫਲੈਕਟ ਹੁਣ ਹੋ ਰਹੀਆਂ ਨੇ ਜਦੋਂ ਉੱਤਰ ਪ੍ਰਦੇਸ਼ ਦੇ ਅੰਦਰ ਯੋਗੀ ਨੂੰ ਉਤਾਰਨ ਦੇ ਲਈ ਮੋਦੀ ਤੇ ਅਮਿਤ ਸ਼ਾਹ ਜ਼ੋਰ ਲਾ ਰਹੇ ਨੇ। ਔਰ ਐਮਐਲਏਜ਼ ਨੂੰ, 200 ਐਮਐਲਏਜ਼ ਨੂੰ ਲਗਭਗ, ਜਾਂ ਹੋਰ ਸਾਰੀ ਇੱਕ ਪਾਰਟੀ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਯੋਗੀ ਦੇ ਖਿਲਾਫ। ਜਿਹੜੇ ਰਾਧਾ ਮੋਹਨ ਸਿੰਘ ਪ੍ਰਭਾਰੀ ਨੇ, ਇੰਚਾਰਜ ਨੇ ਯਾਨੀ ਯੂਪੀ ਦੇ, ਉਹਨਾਂ ਨੇ ਆ ਕੇ ਪ੍ਰਧਾਨ ਮੰਤਰੀ ਨੂੰ ਤੇ ਹਾਈ ਕਮਾਨ ਨੂੰ ਕਹਿਦੀ ਲਿਸਟ ਤੇ ਹਾਈ ਕਮਾਨ ਕੌਣ? ਅਮਿਤ ਸ਼ਾਹ ਤੇ ਮੋਦੀ ਹੀ ਉਹਨਾਂ ਨੂੰ ਦਿੱਤੀ ਹੈ, ਜਾਂ ਜੇਪੀ ਨੱਡਾ ਕਹਿ ਲਓ, ਉਹ ਵੀ ਉਹਨਾਂ ਦੇ ਖਾਸ ਨੇ। ਤਾਂ ਜਿਹੜੀ ਉਹ ਲਿਸਟ ਦਿੱਤੀ ਆ, ਉਹਦੇ 'ਚ ਵੀ ਇਹ ਕਿਹਾ ਗਿਆ ਕਿ ਜ਼ਿਆਦਾਤਰ ਲੋਕ ਨਾਰਾਜ਼ ਨੇ ਯੋਗੀ ਤੋਂ। ਤਾਂ ਹੁਣ ਯੋਗੀ ਲਈ ਇਹ ਚੈਲੰਜ ਹੈ। ਯੋਗੀ ਨੇ ਜਿਸ ਤਰ੍ਹਾਂ ਦੇ ਸਟਾਰ ਪ੍ਰਚਾਰਕ ਰਹੇ ਨੇ, ਯੋਗੀ ਬੀਜੇਪੀ ਦੀ ਲਿਸਟ 'ਚੋਂ ਕੌਣ ਪਾਉਂਦਾ ਹੋਊਗਾ? ਯਾਨੀ ਆਰਐਸਐਸ ਪਾਉਂਦੀ ਹੋਊਗੀ। ਆਰਐਸਐਸ ਉਹਨਾਂ ਨੂੰ ਇੱਕ ਚਿਹਰੇ ਦੇ ਤੌਰ 'ਤੇ ਰੱਖਣਾ ਚਾਹੁੰਦੀ ਹੈ। ਤੇ ਆਰਐਸਐਸ ਹਮੇਸ਼ਾ ਹੀ, ਜੇ ਤੁਸੀਂ ਬੀਜੇਪੀ ਦਾ ਇਤਿਹਾਸ ਦੇਖੋਗੇ, ਆਰਐਸਐਸ ਨੂੰ ਜਦੋਂ ਲੱਗਿਆ, ਮੁਰਲੀ ਮਨੋਹਰ ਜੋਸ਼ੀ ਜਦੋਂ ਲੱਗਿਆ ਸਾਈਡਲਾਈਨ, ਜਦੋਂ ਲੱਗਿਆ ਅਡਵਾਨੀ ਸਾਈਡਲਾਈਨ, ਅਡਵਾਨੀ ਸਾਈਡਲਾਈਨ, ਜਦੋਂ ਲੱਗਿਆ ਮੋਦੀ ਨੂੰ, ਜਦੋਂ ਵਾਜਪਾਈ ਤੋਂ ਬਾਅਦ ਅਡਵਾਨੀ ਨੂੰ ਲਿਆਉਣਾ ਤਾਂ ਵਾਜਪਾਈ ਸਾਈਡਲਾਈਨ, ਅਡਵਾਨੀ ਲਿਆਂਦੇ। ਜਦੋਂ ਅਡਵਾਨੀ ਨੂੰ ਸਾਈਡਲਾਈਨ ਕਰਨਾ, ਮੋਦੀ ਨੂੰ ਲਿਆਉਣਾ, ਮੋਦੀ ਲਿਆਂਦੇ। ਜਦੋਂ ਹੁਣ ਮੋਦੀ ਨੂੰ ਸਾਈਡਲਾਈਨ ਕਰਨਾ ਤੇ ਯੋਗੀ ਨੂੰ ਲਿਆਉਣਾ, ਤਾਂ ਉਹ ਫਿਰ ਇੱਕ ਵਾਰ ਹੁੰਦੀ ਹੈ ਇੱਕ ਦੂਜੇ ਨੂੰ ਕ੍ਰੈਡਿਟ ਡਿਸਕ੍ਰੈਡਿਟ ਕਰਨ ਦੀ। ਜਿਵੇਂ ਅਡਵਾਨੀ ਨੂੰ ਡਿਸਕ੍ਰੈਡਿਟ ਕੀਤਾ ਗਿਆ, ਉਹ ਵਾਰ ਚੱਲੇਗੀ। ਉਹ ਵਾਰ ਦੇ ਅੰਦਰ
ਕਿਉਂਕਿ ਇਸ ਟਾਈਮ ਇੱਕ ਵੱਡੀ ਲਾਰਜੈਸਟ ਮੈਜੋਰਿਟੀ ਆ ਤੁਹਾਡੇ ਕੋਲ ਸਰਕਾਰ 'ਚ, ਮੋਦੀ ਕੋਲੇ। ਮੀਡੀਆ ਸਾਰਾ ਤੁਹਾਡੇ ਮੁਤਾਬਕ ਚੱਲਦਾ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਪਿਛਲੇ ਦੌਰ 'ਚ ਉੱਤਰ ਪ੍ਰਦੇਸ਼ ਜਿੰਨੇ ਵੀ ਕਾਂਡ ਹੋਏ, ਨੈਸ਼ਨਲ ਮੀਡੀਆ ਨੇ ਉਹਨਾਂ ਨੂੰ ਬਹੁਤ ਤਿੱਖੇ ਤਰੀਕੇ ਨਾਲ ਕਵਰ ਕੀਤਾ। ਨੈਸ਼ਨਲ ਮੀਡੀਆ ਇੰਨਾ ਕ੍ਰਾਂਤੀਕਾਰੀ ਕਿਵੇਂ ਹੋ ਜਾਂਦਾ? ਕਿ ਨੈਸ਼ਨਲ ਮੀਡੀਆ ਮੋਦੀ ਲਈ ਇੰਨਾ ਕ੍ਰਾਂਤੀਕਾਰੀ ਹੋ ਸਕਦਾ ਹੈ ਕਿ ਮੋਦੀ ਦੀਆਂ ਸਰਕਾਰ ਦੀਆਂ ਘਾਟਾਂ ਦੇ ਉੱਤੇ ਐਂ ਟਿੱਪਣੀਆਂ ਕਰ ਸਕਦਾ ਜਿਵੇਂ ਯੋਗੀ ਦੇ ਕੀਤਾ? ਜੇ ਉਹ ਬਹੁਤ ਸਾਰੇ ਕਾਂਡ ਸੀ, ਜੇ ਗਲਤ ਗੱਲਾਂ ਸੀ ਉਹ ਵੀ, ਪਰ ਯੋਗੀ ਹੀ ਟਾਰਗੇਟ ਤੇ ਕਿਉਂ ਸੀ? ਕਿਉਂਕਿ ਨੈਸ਼ਨਲ ਮੀਡੀਆ ਸਾਰਾ ਮੋਦੀ ਮੁਤਾਬਕ ਚੱਲਦਾ। ਤਾਂ ਮੋਦੀ ਉਹਨਾਂ ਨੂੰ ਵਾਰ-ਵਾਰ ਟਾਰਗੇਟ ਕਰਵਾ ਰਹੇ ਸੀ, ਯਾਨੀ ਯੋਗੀ ਨੂੰ ਟਾਰਗੇਟ ਕਰਵਾਇਆ ਜਾ ਰਿਹਾ ਸੀ ਮੀਡੀਆ ਦੇ ਜ਼ਰੀਏ ਮੋਦੀ ਵੱਲੋਂ। ਜਿੰਨੇ ਵੀ ਕਾਂਡ ਨੇ, ਚਾਹੇ ਹਾਥਰਸ ਕਾਂਡ, ਬਹੁਤ ਸਾਰੇ ਜਿਹੜੇ ਕਾਂਡ ਨੇ ਜਿਹੜੇ ਹੋਏ ਉਹ ਗਲਤ ਸੀ, ਖਬਰਾਂ ਹੋਣੀਆਂ ਚਾਹੀਦੀਆਂ ਸੀ, ਪਰ ਮੀਡੀਆ ਦਾ ਇੱਕਦਮ ਕ੍ਰਾਂਤੀਕਾਰੀ ਹੋਣਾ ਜਿਹੜਾ ਉਹ ਬਹੁਤ ਸਾਰੇ ਸਵਾਲ ਖੜੇ ਕਰਦਾ ਸੀ ਉਦੋਂ ਵੀ। ਤੇ ਇਹਦਾ ਮਤਲਬ ਇਹ ਹੈ ਕਿ ਮੋਦੀ ਨਹੀਂ ਚਾਹੁੰਦੇ ਯੋਗੀ ਰਹਿਣ। ਤਾਂ ਇਹ ਰਾਜਨੀਤੀ ਉਦੋਂ ਤੋਂ ਲੈ ਕੇ ਜਦੋਂ ਤੋਂ ਉਹਨਾਂ ਨੂੰ ਲੱਗਦਾ ਅਸੀਂ ਉੱਤਰ ਪ੍ਰਦੇਸ਼ ਖੜਾ ਕੀਤਾ, ਇਸੇ ਕਰਕੇ ਵਾਰਾਣਸੀ ਜਾ ਕੇ ਖੁਦ ਪ੍ਰਧਾਨ ਮੰਤਰੀ ਮੋਦੀ ਲੜਦੇ ਨੇ। ਤੇ ਉਹ ਜਿਹੜੀ ਯੂਪੀ ਦੇ ਅੰਦਰ, ਕਿਉਂਕਿ ਯੂਪੀ ਸਭ ਤੋਂ ਵੱਡਾ ਸੂਬਾ, ਇਸ ਕਰਕੇ ਉਹ ਇੰਟਰਵੈਂਸ਼ਨ ਨਹੀਂ ਕਰਨ ਦੇਣਾ ਚਾਹੁੰਦੇ ਉਹਨਾਂ ਨੂੰ ਯੋਗੀ ਜੀ। ਤੇ ਕੀ ਇਹਨਾਂ ਦੀ ਵਿਚਾਰਧਾਰਾ ਦੀ ਕੋਈ ਲੜਾਈ ਹੈ? ਵੱਡੇ ਲੀਡਰ ਨੇ ਬੀਜੇਪੀ ਦੇ, ਕਿਉਂ ਲੜ ਰਹੇ ਨੇ ਇਹ? ਦੇਖੋ, ਵਿਚਾਰਧਾਰਾ ਦੀ ਲੜਾਈ ਇਹ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਆਰਐਸਐਸ ਆਪਣੇ ਤਰੀਕੇ ਨਾਲ ਐਕਸਪੈਰੀਮੈਂਟ ਕਰਦੀ ਹੈ। ਜਦੋਂ ਇਸ ਦੇਸ਼ ਦੇ ਅੰਦਰ ਗੁਜਰਾਤ ਦਾ ਕਤਲੇਆਮ ਹੁੰਦਾ ਹੈ, ਉਹ ਗੁਜਰਾਤ ਦਾ ਕਤਲੇਆਮ ਯਾਨੀ ਜਿਹੜੀ ਥਿਊਰੀ ਸੀ ਆਰਐਸਐਸ ਦੀ, ਇੱਕ ਹਿੰਦੂ ਰਾਸ਼ਟਰ ਦੀ ਥਿਊਰੀ ਜਾਂ ਹਿੰਦੂ ਰਾਸ਼ਟਰਵਾਦ ਦੀ ਥਿਊਰੀ, ਹਿੰਦੂਤਵ ਦੀ ਜਿਹੜੀ ਥਿਊਰੀ ਹੈ ਉਹਨਾਂ ਦੀ, ਸਿਧਾਂਤ ਆ ਜਿਹੜਾ ਉਹਨਾਂ ਦਾ, ਉਹਨੂੰ ਅਗਰ ਪ੍ਰੈਕਟੀਕਲ ਰੂਪ 'ਚ ਅਮਲੀ ਕਰਕੇ ਦਿਖਾਇਆ ਕਿਸੇ ਨੇ, ਉਹ ਮੋਦੀ ਨੇ ਦਿਖਾਇਆ ਜਦੋਂ ਬੇਗੁਨਾਹ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਕਤਲੇਆਮ ਹੋਇਆ। ਜਿਹੜੀ ਮਾੜੀ ਗੱਲ ਹੋਈ ਇਸ ਦੇਸ਼ ਦੇ ਅੰਦਰ, ਚਾਹੇ ਕਾਂਗਰਸ ਨੇ 84 ਕੀਤਾ, ਚਾਹੇ ਗੁਜਰਾਤ ਦੇ ਅੰਦਰ ਇਹ ਹੋਇਆ, ਇਹ ਮਾੜੀਆਂ ਗੱਲਾਂ ਸੀ। ਧਰਮ ਦੇ ਨਾਂ ਦੇ ਉੱਤੇ ਜੋ ਰਾਜਨੀਤੀ ਕੀਤੀ ਗਈ ਉਹ ਮਾੜੀ ਗੱਲ ਸੀ। ਉਹੀ ਐਕਸਪੈਰੀਮੈਂਟ ਤੁਸੀਂ ਦੇਖੋਗੇ ਮੁਜ਼ੱਫਰਪੁਰ ਦੇ ਅੰਦਰ। ਬੀਜੇਪੀ ਕਿੱਥੇ ਆਉਂਦੀ ਹੈ? ਜਦੋਂ ਹਮੇਸ਼ਾ ਆਉਂਦੇ ਨੇ ਯੂਪੀ ਦੇ ਅੰਦਰ, ਮੁਜ਼ੱਫਰਪੁਰ 'ਚ ਇੱਕ ਦੰਗਾ ਹੁੰਦਾ, ਮੁਜ਼ੱਫਰਪੁਰ ਦੇ ਅੰਦਰ ਮੁਸਲਿਮ ਵਰਸਸ ਜਾਟਵ ਕਰਵਾਇਆ ਗਿਆ ਉੱਥੇ। ਤਾਂ ਉਹ ਐਕਸਪੈਰੀਮੈਂਟ ਦੇ ਲਈ ਮੋਦੀ ਨੂੰ ਅੱਗੇ ਕੀਤਾ ਗਿਆ। ਪਰ ਹੁਣ ਉਹਨਾਂ ਨੂੰ ਇਹ ਲੱਗਦਾ ਹੈਗਾ, ਆਰਐਸਐਸ ਨੂੰ ਇਹ ਲੱਗਦਾ ਕਿ ਮੋਦੀ ਸਾਡੀਆਂ ਗੱਲਾਂ ਤੇ ਖਰਾ ਨਹੀਂ ਉਤਰ ਰਿਹਾ ਜਾਂ ਮੋਦੀ ਸਾਨੂੰ ਅੱਖਾਂ ਦਿਖਾ ਰਿਹਾ। ਜਦੋਂ ਵੀ ਵਾਜਪਾਈ ਨੇ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ, ਵਾਜਪਾਈ ਸਾਈਡਲਾਈਨ ਹੋਏ, ਅਡਵਾਨੀ ਨੇ ਕੀਤੀ, ਅਡਵਾਨੀ ਸਾਈਡਲਾਈਨ। ਮੋਦੀ ਜਦੋਂ ਉਹਨਾਂ ਨੂੰ ਲੱਗਦਾ ਕਿ ਬੈਲੈਂਸ ਕਿਵੇਂ ਕਰੀਏ, ਤਾਂ ਉਹਨਾਂ ਨੂੰ ਲੱਗਦਾ ਮੋਦੀ ਦਾ ਅਲਟਰਨੇਟਿਵ ਕੌਣ? ਯੋਗੀ। ਤਾਂ ਕਿਉਂਕਿ ਮੋਦੀ ਹੋਰੀ ਬਹੁਤ ਇਸ ਗੱਲ ਦੇ ਅੰਦਰ ਬੇਕਿਰਕ ਰਾਜਨੀਤੀ ਹਮੇਸ਼ਾ ਕਰਦੇ ਰਹੇ ਆ, ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਪਹਿਲੇ ਹੀ ਨਿਪਟਾ ਦਿਓ। ਤਾਂ ਵਿਚਾਰਧਾਰਾ ਦੀ ਲੜਾਈ ਹੈ ਕਿ ਜਿਹੜੀ ਵਿਚਾਰਧਾਰਾ ਆਰਐਸਐਸ ਕੋਲ ਆ, ਜਿਹਦੇ ਤੇ ਚਲਾਉਣਾ ਚਾਹੁੰਦੀ ਆ ਉਹ, ਯਾਨੀ ਹਾਰਡ ਕੋਰ ਹਿੰਦੂਤਵ ਦੀ ਪੋਲਿਟਿਕਸ, ਹਾਰਡ ਕੋਰ ਹਿੰਦੂ ਰਾਸ਼ਟਰ ਦੀ ਰਾਜਨੀਤੀ। ਤੇ ਮੋਦੀ ਨੇ ਇਹ ਨਹੀਂ ਕਿ ਮੋਦੀ ਨਹੀਂ ਕਰਦੇ, ਮੋਦੀ ਨੇ ਬਹੁਤ ਕੁਛ ਕੀਤਾ। ਚਾਹੇ ਮੋਦੀ ਧਾਰਾ 370 ਦਾ ਮਸਲਾ, ਚਾਹੇ ਟ੍ਰਿਪਲ ਤਲਾਕ ਦਾ ਮਸਲਾ, ਬਹੁਤ ਸਾਰੇ ਉਸੇ ਲਾਈਨ ਦੇ ਉੱਤੇ ਜੋ ਆਰਐਸਐਸ ਕਹਿੰਦੀ ਸੀ ਉਹ ਕੀਤਾ ਮੋਦੀ ਨੇ। ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਬੈਲੈਂਸ ਬਣਾ ਕੇ ਰੱਖਣਾ, ਆਰਐਸਐਸ ਇਹ ਹਮੇਸ਼ਾ ਕਰਦੀ ਰਹੀ ਹੈ ਕਿ ਇੱਕ ਲੀਡਰ ਦੇ ਖਿਲਾਫ ਇੱਕ ਖੜਾ ਰੱਖੋ, ਜਿਵੇਂ ਕਾਂਗਰਸ ਕਰਦੀ ਹੈ ਸੂਬਿਆਂ ਦੇ ਅੰਦਰ। ਮੰਨ ਲਓ ਕੈਪਟਨ ਦੇ ਖਿਲਾਫ ਸਿੱਧੂ ਖੜਾ ਰੱਖੋ, ਜਾਂ ਕੈਪਟਨ ਦੇ ਖਿਲਾਫ ਬਾਜਵਾ ਸੀ, ਜਾਂ ਬਾਜਵਾ ਦੇ ਖਿਲਾਫ ਕੋਈ ਦੂਜਾ ਖੜਾ ਕਰ ਦੇਣਗੇ। ਪੂਰੇ ਕਾਂਗਰਸ ਦੀ ਵੀ ਇਸ ਦੇਸ਼ 'ਚ ਰਾਜਨੀਤੀ ਇਹ ਰਹੀ ਹੈ, ਰਾਜਨੀਤੀ ਐਂ ਚੱਲਦੀ ਹੁੰਦੀ ਹੈ। ਤਾਂ ਉਹ ਉਸੇ ਲਈ ਉਹ ਉੱਥੇ ਵੀ ਮੋਦੀ ਦੇ ਖਿਲਾਫ ਯੋਗੀ ਨੂੰ ਖੜਾ ਕਰ ਰਹੇ ਨੇ। ਇਹ ਲੜਾਈ 'ਚ ਕੌਣ ਜਿੱਤੇਗਾ ਕੌਣ ਹਾਰੇਗਾ ਤਾਂ ਅਗਲੀ ਗੱਲ ਹੈ, ਪਰ ਅੰਦਰ ਦੀ ਜਿਹੜੀ ਰਾਜਨੀਤੀ ਉਹ ਸ਼ੁਰੂ ਹੋ ਚੁੱਕੀ ਹੈ। ਯੋਗੀ ਮੋਦੀ ਨੂੰ ਖੂੰਜੇ ਲਾਉਣਾ ਚਾਹੁੰਦੇ ਨੇ ਤੇ ਮੋਦੀ ਯੋਗੀ ਨੂੰ ਖੂੰਜੇ ਲਾਉਣਾ। ਇਸੇ ਕਰਕੇ ਉੱਤਰ ਪ੍ਰਦੇਸ਼ ਦੀਆਂ ਜਿੰਨੀਆਂ ਸਕੀਮਾਂ ਨੇ, ਉੱਤਰ ਪ੍ਰਦੇਸ਼ ਦੇ ਜਿੰਨੇ ਪੋਸਟਰ ਨੇ, ਉਹ 'ਚ ਕਿਤੇ ਮੋਦੀ ਦੀ ਫੋਟੋ ਨਹੀਂ ਹੁੰਦੀ, ਯਾਨੀ ਯੋਗੀ ਸਿੱਧੀ ਲਕੀਰ ਮੋਦੀ ਨਾਲ ਖਿੱਚ ਚੁੱਕੇ ਨੇ। ਉਹੀ ਨੇ ਗੱਲ ਸਾਰੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਦੁਆਲੇ ਘੁੰਮਦੀ ਹੈ। ਆਖਰ ਉੱਤਰ ਪ੍ਰਦੇਸ਼ ਦੀ ਜਿਹੜੀ ਰਾਜਨੀਤੀ ਆ ਉਹ ਕੀ ਹੈ, ਉਹਦੇ ਮਤਲਬ ਕੀ ਨੇ, ਮਾਇਨੇ ਕੀ ਨੇ ਉਹਦੇ? ਉੱਤਰ ਪ੍ਰਦੇਸ਼ ਦੀ ਰਾਜਨੀਤੀ ਦਾ ਮਤਲਬ ਇਹ ਆ, ਇਸ ਦੇਸ਼ ਦੇ ਬਹੁਤ ਸਾਰੇ ਪ੍ਰਧਾਨ ਮੰਤਰੀ ਕਿੱਥੋਂ ਬਣੇ। ਚੌਧਰੀ ਚਰਨ ਸਿੰਘ ਤੋਂ ਲੈ ਕੇ ਚੰਦਰ ਸ਼ੇਖਰ ਤੋਂ ਲੈ ਕੇ ਮਤਲਬ ਕਿੰਨੇ ਹੀ ਨਾਂ, ਵੀਪੀ ਸਿੰਘ, ਸਭ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ 'ਚੋਂ ਬਣੇ। ਕਿਉਂ ਬਣੇ? ਕਿਉਂਕਿ ਵਿਧਾਨ ਸਭਾ ਦੀਆਂ ਸਭ ਤੋਂ ਜ਼ਿਆਦਾ ਸੀਟਾਂ, 80 ਸੀਟਾਂ ਨੇ ਜਿਹੜੀਆਂ ਉਹ ਉੱਤਰ ਪ੍ਰਦੇਸ਼ ਤੋਂ ਆਉਂਦੀਆਂ ਨੇ। 80 ਸੀਟਾਂ ਉੱਤਰ ਪ੍ਰਦੇਸ਼ ਤੋਂ ਆਉਂਦੀਆਂ। ਤਾਂ ਉੱਤਰ ਪ੍ਰਦੇਸ਼ ਤੈਅ ਕਰਦਾ ਕਿ ਦੇਸ਼ ਦੀ ਰਾਜਨੀਤੀ ਕੀ ਹੋਵੇਗੀ। ਕਿਹਾ ਜਾਂਦਾ, ਪੰਜਾਬ ਦੇ ਲੋਕ ਇਹ ਕਹਿੰਦੇ ਨੇ ਕਿ ਸਾਡੇ ਨਾਲ ਸਭ ਤੋਂ ਵੱਡਾ ਧੱਕਾ ਹੋਇਆ। ਜੇ ਕਿਤੇ ਸਾਂਝਾ ਪੰਜਾਬ ਰਹਿ ਜਾਂਦਾ, ਯਾਨੀ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਤਾਂ ਸਭ ਤੋਂ ਜ਼ਿਆਦਾ ਸੀਟਾਂ ਕਿਹਦੀਆਂ ਹੋਣੀਆਂ ਸੀ ਦੇਸ਼ 'ਚ? ਪੰਜਾਬ ਦੀਆਂ ਹੋਣੀਆਂ ਸੀ। ਇਸ ਕਰਕੇ ਉੱਤਰ ਪ੍ਰਦੇਸ਼ ਰਾਜਨੀਤੀ ਨੂੰ, ਇਲੈਕਟਰਲ ਪੋਲਿਟਿਕਸ ਨੂੰ ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਤੇ ਉੱਤਰ ਪ੍ਰਦੇਸ਼ ਦੇ ਅੰਦਰੋਂ ਹੀ ਰਾਜਨੀਤੀ ਤੈਅ ਹੁੰਦੀ ਹੈ। ਇਸ ਕਰਕੇ ਜੇ ਕੱਲ੍ਹ ਨੂੰ ਯੋਗੀ 2024 ਦੇ ਅੰਦਰ, ਜੇ 2022 'ਚ ਯੋਗੀ ਇੰਡੀਪੈਂਡੈਂਟ ਜਿੱਤਣਗੇ, ਜਿਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਇਸੇ ਕਰਕੇ ਮੋਦੀ ਨੂੰ ਪੋਸਟਰਾਂ 'ਚ ਨਹੀਂ ਉੱਥੇ ਪੋਸਟਰ ਨਹੀਂ ਲੱਗ ਰਿਹਾ, ਮੋਦੀ ਦਾ ਪੋਸਟਰ ਤੱਕ ਨਹੀਂ ਲੱਗਣ ਦਿੱਤਾ ਜਾ ਰਿਹਾ।
ਜਿਸ ਤਰੀਕੇ ਦੇ ਨਾਲ ਉਹ ਆਪਣੀ ਰਾਜਨੀਤੀ ਨੂੰ ਅੱਗੇ ਵਧਾਉਣਗੇ 2024 ਦਾ ਚਿਹਰਾ ਬਣਨਾ ਚਾਹੁੰਦੇ ਨੇ। ਤੇ ਜੇ 2024 ਚ ਮੰਨ ਲਓ ਵੱਡੇ ਪੱਧਰ ਤੇ ਸੀਟਾਂ ਜਿੱਤ ਕੇ ਆ ਜਾਂਦੇ ਨੇ ਉੱਤਰ ਪ੍ਰਦੇਸ਼ ਤੋਂ, ਤਾਂ ਆਰਐਸਐਸ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਤੌਰ ਤੇ ਪ੍ਰੋਜੈਕਟ ਕਰ ਸਕਦੀ ਹੈ ਜਾਂ ਉਦੋਂ ਪਹਿਲਾਂ ਪ੍ਰੋਜੈਕਟ ਕਰ ਸਕਦੀ ਹੈ। ਲੜਾਈ ਇਹੀ ਹੈ, ਲੜਾਈ ਮੋਦੀ ਨੂੰ ਬੈਲੈਂਸ ਕਰਨ ਦੀ। ਆਰਐਸਐਸ 'ਚ ਵੀ ਧੜੇ ਨੇ, ਇੱਕ ਜ਼ਬਰਦਸਤ ਧੜਾ ਜਿਹੜਾ ਮੋਦੀ ਦੇ ਬਹੁਤ ਖਿਲਾਫ ਆ, ਜ਼ਬਰਦਸਤ ਵਿਰੋਧ ਵਿਦਿਨ ਆਰਐਸਐਸ ਵੀ ਮੋਦੀ ਦਾ ਹੁੰਦਾ। ਇਹ ਹੁੰਦਾ ਹੀ ਆ ਵਿਦਿਨ ਪਾਰਟੀਆਂ, ਕਦੇ ਗੱਲਾਂ ਬਾਹਰ ਨਹੀਂ ਆਉਣਗੀਆਂ, ਪਾਰਟੀਆਂ ਦੀਆਂ ਗੱਲਾਂ ਕਦੇ ਬਾਹਰ ਨਹੀਂ ਆਉਂਦੀਆਂ ਹੁੰਦੀਆਂ। ਅੰਦਰਲੇ ਪਾਸੇ ਉਹ ਸਾਰੀ ਖਾਨਾ ਜੰਗੀ ਚੱਲ ਰਹੀ ਹੈ। ਉਹ ਖਾਨਾ ਜੰਗੀ ਦੇ ਸੰਕੇਤ ਮੀਡੀਆ 'ਚ ਤੁਹਾਨੂੰ ਮਿਲਦੇ ਰਹਿੰਦੇ, ਕੌਣ ਕਿੱਥੇ ਭੁਗਤ ਰਿਹਾ ਕੌਣ ਨਹੀਂ ਹੈ। ਔਰ ਇੱਕ ਵੱਡੀ ਲੌਬੀ ਉੱਤਰ ਪ੍ਰਦੇਸ਼ 'ਚ ਬੀਜੇਪੀ ਦੇ ਉਹਨਾਂ ਲੀਡਰਾਂ ਦੀ ਹੈ ਜਿਨ੍ਹਾਂ ਨੂੰ ਸਾਈਡਲਾਈਨ ਕੀਤਾ ਗਿਆ, ਜਿਵੇਂ ਰਾਜਨਾਥ ਸਿੰਘ ਨੇ। ਰਾਜਨਾਥ ਸਿੰਘ ਵੱਡੇ ਲੀਡਰ ਨੇ ਜੀ। ਯੂਪੀ ਦੀ ਰਾਜਨੀਤੀ ਕਾਸਟ ਬੇਸਡ ਪੋਲਿਟਿਕਸ ਆ, ਬਹੁਤ ਵੱਡੇ ਪੱਧਰ ਦੇ ਉੱਤੇ ਜਾਤ ਆਧਾਰਿਤ ਰਾਜਨੀਤੀ ਹੁੰਦੀ ਹੈ। ਚਾਹੇ ਉਹ ਮਾਇਆਵਤੀ ਹੋਣ, ਉਹ ਦਲਿਤਾਂ ਦੀ ਪੋਲਿਟਿਕਸ ਕਰਦੇ ਨੇ, ਸਮਾਜਵਾਦੀ ਪਾਰਟੀ ਹੋਵੇ ਯਾਦਵਾਂ ਦੀ ਰਾਜਨੀਤੀ ਕਰਦੀ ਹੈ, ਇਸੇ ਤਰ੍ਹਾਂ ਠਾਕੁਰਾਂ ਦੀ ਰਾਜਨੀਤੀ ਕਿਹਾ ਜਾਂਦਾ, ਜਿਹੜੀ ਯੋਗੀ ਆਦਿੱਤਿਆਨਾਥ ਜਿਸ ਕਾਲ ਰਾਜਪੂਤਾਂ ਦੀ, ਤਾਂ ਠਾਕੁਰਾਂ ਦੀ ਰਾਜਨੀਤੀ ਰਾਜਨਾਥ ਸਿੰਘ ਵੀ ਕਰਦੇ ਨੇ। ਤਾਂ ਉਹਨਾਂ ਲੀਡਰਾਂ ਦਾ ਮੁਰਲੀ ਮਨੋਹਰ ਜੋਸ਼ੀ ਨੇ, ਕਈ ਲੀਡਰ ਨੇ ਇਹ ਜਿਹੜੇ ਬੀਜੇਪੀ ਦੇ ਇਸ ਟਾਈਮ ਚੁੱਪ ਬੈਠੇ ਨੇ। ਜਦੋਂ ਹੀ ਕੋਈ ਗੱਲ ਚੱਲੇਗੀ, ਜਦੋਂ ਯੋਗੀ ਦਾ ਚੱਲੇਗਾ, ਕਿਉਂਕਿ ਮੋਦੀ ਨੇ ਉਹਨਾਂ ਨੂੰ ਖੁੰਝੇ ਲਾਇਆ। ਮੁਰਲੀ ਮਨੋਹਰ ਜੋਸ਼ੀ ਲਾ ਲਓ, ਜਿਹੜਾ ਬਣਾਇਆ ਗਿਆ ਨਾ ਮਾਰਗਦਰਸ਼ਕ ਮੰਡਲ, ਮਾਰਗਦਰਸ਼ਕ ਮੰਡਲ 'ਚ ਕਿਹੜੇ ਕਿਹੜੇ ਪਾਏ ਗਏ, ਜਿਹੜੇ ਘੋਰ ਮੋਦੀ ਵਿਰੋਧੀ ਸੀ ਉਹਨਾਂ ਨੂੰ ਪਾਇਆ ਗਿਆ। ਤਾਂ ਉਹ ਵੀ ਕਿਤੇ ਨਾ ਕਿਤੇ ਆਪਣੀ ਗੇਮ ਹੁਣ ਖੇਡਣਗੇ। ਤਾਂ ਉੱਤਰ ਪ੍ਰਦੇਸ਼ ਦੀ ਰਾਜਨੀਤੀ ਬਹੁਤ ਕੁਝ ਕਹਿੰਦੀ ਹੈ, ਉਹਦੇ ਡਾਇਨਾਮਿਕਸ ਬਹੁਤ ਕੁਝ ਕਹਿੰਦੇ ਆ। ਉੱਤਰ ਪ੍ਰਦੇਸ਼ ਦੇ ਨਾਲ ਦੇਸ਼ ਦੀ ਰਾਜਨੀਤੀ ਬਦਲਦੀ ਹੈ। ਇਸ ਕਰਕੇ ਆਰਐਸਐਸ ਵੀ ਸਭ ਤੋਂ ਵੱਡਾ ਦਾ ਲਾਉਣਾ ਚਾਹੁੰਦੀ ਹੈਗੀ ਯੋਗੀ ਦੇ ਉੱਤੇ। ਲੜਾਈ 'ਚ ਕੌਣ ਜਿੱਤੇਗਾ ਜ਼ਰੂਰੀ ਨਹੀਂ ਆ ਜੋ ਆਰਐਸਐਸ ਕਰਨਾ, ਕਿਉਂਕਿ ਨੰਬਰ ਦੀ ਗੇਮ ਆ ਜਾਂਦੀ ਅਲਟੀਮੇਟ, ਕਿ ਜੇ ਮੰਨ ਲਓ ਸਾਰੇ ਐਮਐਲਏ ਖਿਲਾਫ ਹੋ ਗਏ, ਸਰਕਾਰ ਭੰਗ ਵੀ ਕਰਵਾ ਸਕਦੇ ਨੇ। ਮਤਲਬ ਯੋਗੀ ਜਾ ਕੇ ਕਹਿ ਦੇਣ ਕਿ ਸਾਡੀ ਸਰਕਾਰ ਭੰਗ ਕਰੋ ਤੇ ਅਗਲੀ ਇਲੈਕਸ਼ਨ ਇਹ ਵੀ ਹੋ ਸਕਦਾ। ਯਾਨੀ ਐਮਐਲਏਆਂ ਦੇ ਜਾਣ ਤੋਂ ਪਹਿਲਾਂ ਹੀ ਯੋਗੀ ਇਹ ਕਹਿ ਦੇਣ, ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਚਿੱਠੀ ਲੈ ਕੇ ਕੌਣ ਪਹੁੰਚੇਗਾ, ਕੀ ਹੋਏਗਾ। ਪਰ ਉੱਥੇ ਪ੍ਰੈਕਟਿਸ ਜਿਹੜੇ ਜਾ ਕੇ ਰਾਧਾ ਮੋਹਨ ਸਿੰਘ ਨੇ ਉਹ ਜਾ ਕੇ ਗਵਰਨਰ ਨੂੰ ਮਿਲੇ ਨੇ, ਸਪੀਕਰ ਨੂੰ ਮਿਲੇ। ਦਾ ਮਤਲਬ ਕੀ ਹੈ? ਗਵਰਨਰ ਨੂੰ ਸਪੀਕਰ ਤੇ ਮਿਲਣ ਦਾ ਕਾਰਨ ਹੀ ਇਹ ਆ ਕਿ ਕਿਤੇ ਨਾ ਕਿਤੇ ਯੋਗੀ ਦੇ ਖਿਲਾਫ ਲਾਮਬੰਦੀ ਹੋ ਰਹੀ ਹੈ। ਕੀ ਲੱਗਦਾ ਕਿ ਮੋਦੀ ਤੇ ਯੋਗੀ ਦੀ ਇਹ ਲੜਾਈ ਹੈ ਬੀਜੇਪੀ ਨੂੰ ਲੈ ਡੁੱਬੇਗੀ? ਦੇਖੋ, ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦਾ ਕਈ ਵਾਰ, ਉਹਨੂੰ ਕੋਈ ਬਾਹਰੋਂ ਨਹੀਂ ਮਾਰਦਾ, ਉਹ ਅੰਦਰੋਂ ਹੀ ਮਰ ਜਾਂਦਾ, ਉਹ ਆਪ ਮਰਦਾ। ਯਾਨੀ ਉਹ ਆਪਣੀਆਂ ਕੰਟਰਾਡਿਕਸ਼ਨਾਂ ਤੋਂ ਮਰਦਾ। ਜਿਵੇਂ ਕਹਿੰਦਾ ਜਿਹੜਾ ਬੰਦੇ ਦੀ ਸਭ ਤੋਂ ਵੱਡੀ ਖੂਬਸੂਰਤੀ ਹੁੰਦੀ ਹੈ ਉਹੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ। ਯਾਨੀ ਖੂਬਸੂਰਤੀ ਕਿ ਇਹਨਾਂ ਦੀ ਇਲੈਕਸ਼ਨ ਲੜਨਾ, ਮੈਨੇਜ ਕਰਨਾ, ਕਮਜ਼ੋਰੀ ਵੀ ਉੱਥੇ ਨਿਕਲ ਆਏਗੀ। ਜਿਵੇਂ ਕਹਿੰਦੇ ਨਾ ਕਾਂਗਰਸ ਤੇ ਅਲਟਰਨੇਟਿਵ ਨਹੀਂ ਬਣੀ ਬੀਜੇਪੀ ਦਾ, ਤਾਂ ਹੋ ਸਕਦਾ ਬੀਜੇਪੀ ਦੇ ਵਿੱਚ ਹੀ ਕੋਈ ਇੰਨੇ ਵੱਡੇ ਖਿਲਾਰੇ ਪੈ ਜਾਣ ਕਿ ਆਉਣ ਵਾਲੀ ਫੋਰਸ ਕੋਈ ਹੋਰ ਹੋਵੇ 2024 ਚ ਇਸ ਲੜਾਈ ਦਾ। ਜਿਵੇਂ ਕਾਂਗਰਸ ਦੀ ਲੜਾਈ ਹੈ, ਕਾਂਗਰਸ ਦੀ ਲੜਾਈ ਦਾ ਫਾਇਦਾ ਅਕਾਲੀ ਦਲ ਨੂੰ ਹੋ ਰਿਹਾ, ਆਮ ਆਦਮੀ ਪਾਰਟੀ ਨੂੰ ਹੋ ਰਿਹਾ, ਯਾਨੀ ਦੂਜੀਆਂ ਧਿਰਾਂ ਨੂੰ ਹੋ ਰਿਹਾ। ਹੁਣੇ ਹੀ ਹੋਣਾ ਉਹ ਨੈਚੁਰਲ ਆ ਕਿ ਜੋ ਤੁਹਾਡੀ ਆਪਦੀ ਲੜਾਈ, ਤੁਹਾਡੇ ਘਰ 'ਚ ਲੜਾਈ ਹੋ, ਦੂਜਿਆਂ ਨੂੰ ਉਹਦਾ ਫਾਇਦਾ ਹੋਊਗਾ। ਤਾਂ ਇਸ ਕਰਕੇ ਉੱਥੋਂ ਦੀ ਜਿਹੜੀ ਲੜਾਈ ਹੈ ਉਹਦਾ ਫਾਇਦਾ ਵੀ ਕਾਂਗਰਸ ਪਾਰਟੀ ਵੀ, ਜਿਵੇਂ ਪ੍ਰਿੰਕਾ ਉੱਥੇ ਆਪਣੇ ਤਰ੍ਹਾਂ ਦੀ ਇੱਕ ਰਾਜਨੀਤੀ ਖੜੇ ਕਰ ਰਹੇ, ਪ੍ਰਿੰਕਾ ਵਾਡਰਾ ਨੇ ਜਿਹੜੇ, ਤੇ ਉਹ ਰਾਜਨੀਤੀ ਖੜੀ ਕਰ ਰਹੇ ਨੇ ਅਪਰ ਕਾਸਟ ਦੀ ਪੋਲਿਟਿਕਸ। ਜਿਵੇਂ ਉੱਥੇ ਪੋਲਰਾਈਜੇਸ਼ਨ ਕੀ ਹੁੰਦਾ ਹੈ, ਦਲਿਤਾਂ ਦੀ ਮੈਜੋਰਿਟੀ ਜਿਹੜੀ ਜਾਂਦੀ ਹੈ ਮਾਇਆਵਤੀ ਦੇ ਨਾਲ ਜਾਂਦੀ ਹੈ, ਯਾਦਵਾਂ ਦੀ ਮੈਜੋਰਿਟੀ ਜਾਂਦੀ ਹੈ। ਉੱਥੇ ਹੈ ਇਸ ਤਰ੍ਹਾਂ ਦੀ ਰਾਜਨੀਤੀ, ਇਫੈਕਟ ਆ ਉੱਥੇ, ਤੁਸੀਂ ਸਟੱਡੀ ਕਰ ਸਕਦੇ ਹੋ। ਯਾਦਵ ਜਾਂਦੇ ਆ ਸਮਾਜਵਾਦੀ ਪਾਰਟੀ ਨਾਲ। ਤਾਂ ਹੁਣ ਰਹਿ ਕੌਣ ਗਏ? ਅਪਰ ਕਾਸਟਾਂ 'ਚ ਕੌਣ ਆ? ਠਾਕੁਰ ਖੁਦ ਯੋਗੀ ਆਦਿੱਤਿਆਨਾਥ ਨੇ। ਬ੍ਰਾਹਮਣਾਂ ਦੀ ਰਾਜਨੀਤੀ ਆ, ਹੋਰ ਅਦਰ ਜਿਹੜੀਆਂ ਅਪਰ ਕਾਸਟ ਨੇਗੀਆਂ ਉਹਨਾਂ ਨੂੰ ਪ੍ਰਿੰਕਾ ਗਾਂਧੀ ਵੀ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਉਹ ਰਾਜਨੀਤੀ ਨੂੰ ਜਿਹੜੀ ਮੱਥਣ ਦੀ ਕੋਸ਼ਿਸ਼ ਆ ਉਹ ਕਿੰਨੀ ਕਾਮਯਾਬ ਹੋਏਗੀ। ਯਾਨੀ ਜੇ ਉੱਥੇ ਖਿਲਾਰੇ ਪੈ ਜਾਂਦੇ ਨੇ ਤਾਂ ਪ੍ਰਿੰਕਾ ਵੀ ਇੱਕ ਵੱਡੇ ਚਿਹਰੇ ਦੇ ਰੂਪ ਦੇ ਅੰਦਰ ਉੱਥੇ ਉੱਭਰ ਸਕਦੇ ਨੇ। ਜਿਵੇਂ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਸੀ ਕਿ ਕਾਂਗਰਸ ਕਿਉਂ ਹਾਰੀ ਹੈਗੀ, ਕਾਂਗਰਸ ਨੇ ਮੇਰੀਆਂ ਗੱਲਾਂ ਨਹੀਂ ਮੰਨੀਆਂ। ਕਾਂਗਰਸ ਨੇ ਉੱਤਰ ਪ੍ਰਦੇਸ਼ 'ਚ ਉਹ ਕਹਿੰਦੇ ਸੀਗੇ ਕਿ ਪ੍ਰੋਜੈਕਟ ਕਰ ਦਿਓ ਉੱਤਰ ਪ੍ਰਦੇਸ਼ 'ਚ ਪ੍ਰਿੰਕਾ ਨੂੰ, ਪਰ ਉਹ ਨਹੀਂ ਕਰਨ ਦਿੱਤਾ। ਜਿਵੇਂ ਉਹ ਮੰਨਦੇ ਨੇ ਕਿ ਰਾਹੁਲ ਦਾ ਅਲਟਰਨੇਟਿਵ ਪ੍ਰਿੰਕਾ ਨੇ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ। ਤਾਂ ਦੇਖਦੇ ਹਾਂ ਇਹ ਰਾਜਨੀਤੀ ਹੁਣ ਕਿੱਧਰ ਜਾਏਗੀ, ਪਰ ਖਿਲਾਰੇ ਬੀਜੇਪੀ 'ਚ ਕਾਫੀ ਵੱਡੇ ਪੱਧਰ ਤੇ ਪੈਂਦੇ ਹੋਏ ਨਜ਼ਰ ਆ ਰਹੇ ਨੇ। ਬੀਜੇਪੀ ਦਾ ਭਵਿੱਖ ਕੀ ਹੋ ਸਕਦਾ ਹੈ, ਕਿਉਂਕਿ ਫੇਰ ਵੀ ਵੱਡੇ ਦੋ ਮੰਤਰੀ ਨੇ, ਦਿੱਗਜ ਨੇ, ਇਹਨਾਂ ਦੀ ਆਪਸੀ ਲੜਾਈ ਦਾ ਬੀਜੇਪੀ ਦੇ ਭਵਿੱਖ ਤੇ ਕੀ ਅਸਰ ਪੈ ਸਕਦਾ? ਭਵਿੱਖ ਤਾਂ ਇਹ ਆ ਕਿ ਕਿਸਾਨ ਧਰਨਾ ਹੋਵੇ, ਬਹੁਤ ਸਾਰੀਆਂ ਚੀਜ਼ਾਂ ਹੋਣ। ਬੀਜੇਪੀ ਦਾ ਜ਼ਬਰਦਸਤ ਵਿਰੋਧ ਹੋਇਆ। ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਬੀਜੇਪੀ ਹਾਰੀ ਹੈ ਬੰਗਾਲ ਦੇ, ਜਿੰਨਾ ਉਹਨਾਂ ਨੇ ਆਪਣੇ ਆਪ ਨੂੰ ਸਟੇਕ ਤੇ ਲਾਤਾ ਸੀ, ਉਹਦਾ ਵੀ ਵਿਦਨ ਆਰਐਸਐਸ ਬੀਜੇਪੀ ਵੀ ਬਹੁਤ ਵੱਡਾ ਇਹ ਹੈ ਕਿ ਤੁਹਾਡੀ ਸਟ੍ਰੈਟਜੀ ਤਾਂ ਸਾਰੀ ਫੇਲ ਹੋ ਗਈ। ਕਿੱਧਰ ਗਏ ਤੁਹਾਡੀ ਚਾਣਕਿਆ ਨੀਤੀ? ਯਾਨੀ ਅਮਿਤ ਸ਼ਾਹ ਨੂੰ ਚਾਣਕਿਆ ਮੰਨਿਆ ਜਾਂਦਾ ਬੀਜੇਪੀ ਦਾ, ਤੇ ਅਮਿਤ ਸ਼ਾਹ ਦੀ ਸਾਰੀ ਰਣਨੀਤੀ ਫੇਲ, ਮੋਦੀ ਫੇਲ। ਉਹ ਗੱਲਾਂ ਨੇ ਸਵਾਲ ਖੜੇ ਕੀਤੇ ਨੇ। ਕਿਸਾਨ ਧਰਨਾ ਤੁਹਾਡੇ ਤੋਂ ਮੈਨੇਜ ਨਹੀਂ ਹੋਇਆਗਾ, ਸਹੀ ਤਰੀਕੇ ਨਾਲ ਤੁਹਾਡੇ ਤੋਂ ਗੱਲ ਨਹੀਂ ਹੋਈ, ਕਿਸਾਨ ਉੱਥੇ ਬੈਠੇ ਨੇ। ਦੇਸ਼ 'ਚ ਮੈਸੇਜ ਕੀ ਜਾ ਰਿਹਾ ਗਾ? ਤਾਂ ਬਹੁਤ ਸਾਰੇ ਫਰੰਟ, ਇਕੋਨਮੀ ਦੇ ਫਰੰਟ ਤੇ ਤੁਸੀਂ ਫੇਲ ਸਾਬਤ ਹੋਏ ਹੋ। ਜਿਹੜੀ ਸਾਡੀ ਵਿਦੇਸ਼ ਨੀਤੀ ਆ ਉਹਦੇ ਸਾਨੂੰ ਆਲੇ ਦੁਆਲੇ ਦੇ ਮੁਲਕ ਘੇਰ ਰਹੇ ਨੇ,
ਜਿਹੜੇ ਛੋਟੇ-ਮੋਟੇ ਮੁਲਕ ਨੇ ਉਹ ਵੀ ਤੁਹਾਨੂੰ ਅੱਖਾਂ ਦਿਖਾਈ ਜਾਂਦੇ ਨੇ। ਤਾਂ ਬਹੁਤ ਸਾਰੀਆਂ ਨੀਤੀਆਂ ਜਿਹੜੀਆਂ ਫੇਲ ਹੋਈਆਂ ਉਹਦੇ ਸਵਾਲ ਖੜੇ ਹੋ ਰਹੇ ਨੇ ਤੇ ਇਸੇ ਕਰਕੇ ਚੇਂਜ ਦੀ ਗੱਲ ਜਿਹੜੀ ਚੱਲੀ ਸੀ ਕਿ ਆਰਐਸਐਸ ਨੇ ਕਰੋਨਾ ਦੇ ਦੌਰ 'ਚ ਵੀ ਕਿਹਾ ਕਿ ਮੋਦੀ ਦਾ ਫੇਲੂਰ ਹੈ। ਆਰਐਸਐਸ ਨੇ ਬਹੁਤ ਵੱਡੇ ਪੱਧਰ ਤੇ ਕਿਹਾ ਕਿ ਲੋਕਾਂ 'ਚ ਗੁੱਸਾ ਹੈ। ਆਰਐਸਐਸ ਨੇ ਮੋਦੀ ਨੂੰ ਘੂਰਿਆ ਇੱਕ ਤਰ੍ਹਾਂ ਦਾ ਕਹੀਏ ਕਿ ਕੀ ਹੋ ਰਿਹਾ ਹੈਗਾ। ਤਾਂ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵਿਦਿਨ ਆਰਐਸਐਸ ਵਿਦਿਨ ਕਿਸਾਨ ਧਰਨੇ ਤੋਂ ਲੈ ਕੇ ਕਰੋਨਾ ਤੱਕ, ਵਿਦੇਸ਼ ਨੀਤੀ ਤੋਂ ਲੈ ਕੇ ਆਰਥਿਕ ਨੀਤੀ ਤੱਕ, ਉਹ ਸਾਰੀਆਂ ਗੱਲਾਂ ਬੀਜੇਪੀ ਨੂੰ ਕਿਤੇ ਨਾ ਕਿਤੇ ਤੰਗ ਕਰ ਰਹੀਆਂ ਨੇ। ਤਾਂ ਇਹ ਲੜਾਈ ਲੈ ਡੁੱਬੇਗੀ ਬੀਜੇਪੀ ਨੂੰ, ਕੋਈ ਇਹ ਵੀ ਹੋ ਸਕਦਾ। ਔਰ ਬੀਜੇਪੀ ਦੀ ਇਹ ਲੜਾਈ ਖਤਮ ਵੀ ਹੋ ਸਕਦੀ ਹੈ। ਖਤਮ ਕਿਵੇਂ ਹੋਏਗੀ? ਮੰਨ ਲਓ ਜੇ ਕੋਈ ਕਿਸੇ ਲੈਵਲ ਦੇ ਉੱਤੇ ਅੰਡਰਸਟੈਂਡਿੰਗ ਬਿਲਡ ਹੁੰਦੀ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਅੰਦਰ ਖਾਤੇ ਸਿਆਸੀ ਖਾਨਾ ਜੰਗੀ ਸ਼ੁਰੂ ਹੋ ਚੁੱਕੀ ਹੈ। ਉਹ ਸਿਆਸੀ ਖਾਨਾ ਜੰਗੀ ਦਾ ਅੱਗੇ ਹਾਲ ਕੀ ਹੋਏਗਾ, ਉਹ ਸਿਆਸੀ ਖਾਨਾ ਜੰਗੀ ਕਿੱਧਰ ਜਾਏਗੀ, ਸਾਡੀ ਨਜ਼ਰ ਇਸ ਤੇ ਰਹੇਗੀ। ਪਰ ਯੋਗੀ ਮੋਦੀ ਨੂੰ ਨਹੀਂ ਚਾਹੁੰਦੇ ਤੇ ਮੋਦੀ ਯੋਗੀ ਨੂੰ ਨਹੀਂ ਚਾਹੁੰਦੇ, ਤੈਅ ਆ, ਇਹ ਤਾਂ ਰਹਿਣਾ ਹੀ ਰਹਿਣਾ ਗਾ। ਮੋਦੀ ਨਹੀਂ ਚਾਹੁੰਦੇ ਯੋਗੀ ਮੁੱਖ ਮੰਤਰੀ ਰਹਿਣ, ਉਹਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨਾ ਚਾਹੁੰਦੇ ਨੇ ਮੋਦੀ, ਤੇ ਯੋਗੀ ਚਾਹੁੰਦੇ ਨੇ ਕਿ 2024 ਚ ਪ੍ਰਧਾਨ ਮੰਤਰੀ ਚਿਹਰੇ ਹੀ ਨਾ ਹੋਣ, ਜੋ 2024 ਦਾ ਪ੍ਰਧਾਨ ਮੰਤਰੀ ਮੈਂ ਹੋਵਾਂ। ਉਹਦੀਆਂ ਜਿਹੜੀਆਂ ਅੰਦਰੂਨੀ ਕੰਟਰਾਡਿਕਸ਼ਨਾਂ ਨੇ, ਅੰਦਰੂਨੀ ਵਿਰੋਧ ਨੇ, ਉਹ ਉੱਭਰਨੇ ਸ਼ੁਰੂ ਹੋ ਚੁੱਕੇ ਨੇ। ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਖਾਨਾ ਜੰਗੀ ਤੋਂ ਬਾਅਦ ਹੁਣ ਬੀਜੇਪੀ ਦੇ ਵਿੱਚ ਵੀ ਤਲਖੀ ਵਧਣੀ ਸ਼ੁਰੂ ਹੋ ਗਈ ਹੈ। ਪੀਐਮ ਮੋਦੀ ਤੇ ਸੀਐਮ ਯੋਗੀ ਦੇ ਵਿਚਾਲੇ ਲੜਾਈ ਸ਼ੁਰੂ ਹੋ ਗਈ ਹੈ। ਆਖਿਰ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਜਾਂ ਨੁਕਸਾਨ ਕਿਸ ਨੂੰ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਬੀਜੇਪੀ ਦੇ ਵਿੱਚ ਵੀ ਹੁਣ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ ਨੇ।